खिच लिया सा इत्थे मेरे सा उत्ते थले होए फिरदे आ। तू दिन ਤਾਂ ਚੜ ਲੈਣ ਦਿੰਦੀ ਸਵੇਰੇ ਹੀ ਆ ਗਈ। जिदी रातां दी नींद खराब हुई होवे ओनू अगला दिन चढ़िया दिसदा। ਸੁਣਦੀ ਆ ਤੇਰੀ ਵੀ ਖੜ ਜਾ ਘੜੀ। जल्दी नबेड़। ਨਾ ਤੂੰ ਸੈਰ ਕਰਕੇ ਆ ਜਾਣਾ ਸੀ ਇੱਧਰ ਮੈਂ ਵੀ ਵਿਹਲੀ ਹੋ ਜਾਂਦੀ। तेरी ना मजाक करन दी आदत नहीं सुधरनी। ਨਹੀਂ ਕਰਦੀ ਮਜ਼ਾਕ। ਚੱਲ ਤੂੰ ਇਹ ਦੱਸ ਹੋਇਆ ਕੀ? तेरे दोवें नमूने कित्थे आ नजर नहीं आंदे घरे ही ने। ਨਮੂਨੇ? ओ तेरे सस सोहरा। ਅੱਛਾ ਆਪਣੇ ਕਮਰੇ 'ਚ ਹੋਣੇ ਹੁਣੇ ਚਾਹ ਪੀ ਕੇ ਹਟੇ ਆ। अच्छा घर ही आ गए नहीं अज उत्थे? ਨਹੀਂ ਪਰ ਹੋਇਆ ਕੀ ਹੈ? देशों दी कोई गल करदे सी अज? ਤੈਨੂੰ ਪਤਾ ਹੀ ਹੈ ਮੇਰੇ ਸਾਹਮਣੇ ਕਿੰਨੀ ਕੁ ਗੱਲਾਂ ਕਰਦੇ ਨੇ। मतलब तेनू भी नहीं पता कि हुण ओदी अगली स्कीम की है? ਕੱਲ ਕੀ ਹੋਈ ਹੈ ਜਿਹੜਾ ਤੂੰ ਇੰਨਾ ਮੱਚੀ ਫਿਰਦੀ ਹੈ? मची मैं नहीं पई मची तो देशों पई है। मैनू लगदा कुछ ना कुछ तो जरूर करूगी। ਪਰ ਹੋਇਆ ਕੀ ਹੈ? ओ यार ਅਸੀਂ ਉਹਨੂੰ ਜਦੋਂ ਕਾਗਜ਼ ਨਹੀਂ ਸੀ ਦੇਣਗੇ ਤਲਾਕ ਤੇ ਕਸਟਡੀ ਵਾਲੇ ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਡਰਾ ਕੇ ਵੀ ਆਈ ਸੀ। ਉਹ ਕਾਗਜ਼ ਭੇਜ ਕੇ ਨਾ ਤੂੰ ਦੇਸ਼ੋਂ ਕੁਝ ਕਰਨ ਦੇ ਲਾਇਕ ਛੱਡੀ ਨਹੀਂ। ਉਸ ਤੋਂ ਬਾਅਦ ਤਾਂ ਉਹ ਚੁੱਪ ਕਰਕੇ ਬੈਠ ਜੂਗੀ। ਜੇ ਉਹਨੇ ਚੁੱਪ ਕਰਕੇ ਬਹਿਣਾ ਹੁੰਦਾ ਤਾਂ ਉਹ ਬੁੱਢੀ ਮੇਰੇ ਸਿਰ ਤੇ ਕਿਉਂ ਚੜਦੀ ਮੈਨੂੰ ਇੰਨਾ ਨਾ ਸੁਣਾਉਂਦੀ। ਹੁਣ ਉਹ ਕੀ ਕਹਿੰਦੀ ਸੀ ਤੈਨੂੰ? ਆਹੀ ਕਿ ਦੇਸ਼ੋਂ ਨਾ ਚੁੱਪ ਕਰਕੇ ਨਹੀਂ ਬਹਿਣ ਵਾਲੀ। ਉਹ ਨਾ ਜ਼ਰੂਰ ਕੁਛ ਨਾ ਕੁਛ ਕਰੂਗੀ ਤੇ ਆਪਣੇ ਮੁੰਡੇ ਨੂੰ ਵੀ ਨਾਲ ਲੈ ਕੇ ਜਾਊਗੀ। ਫਿਰ ਤਾਂ ਪੱਕਾ ਦੇਸ਼ੋਂ ਕੋਈ ਸਕੀਮ ਲਾਉਂਦੀ ਹੈ ਕਿਤੇ ਕੇਸ ਹੀ ਨਾ ਲੜਨ ਨੂੰ ਤਿਆਰ ਹੋ ਜਾਵੇ। ਤੇ ਇਸ ਗੱਲ ਦਾ ਪਤਾ ਮੈਨੂੰ ਉਦੋਂ ਨਾ ਲੱਗੇ ਜਦ ਅਗਲੀ ਵਕੀਲ ਕਰ ਲੈ। ਫਿਰ ਤਾਂ ਮੇਰੇ ਕੋਲ ਟਾਈਮ ਵੀ ਨਹੀਂ ਬਚਣਾ ਕੁਝ ਕਰਨ ਲਈ। ਜੇ ਮੈਨੂੰ ਕੁਝ ਪਤਾ ਲੱਗੇ ਤਾਂ ਮੈਂ ਕਰਨ ਜੋਗੀ ਹੋਵਾਂ। ਹਾਂ ਦਿਮਾਗ ਤਾਂ ਲਾਉਣਾ ਹੀ ਪੈਣਾ ਫੇਰ ਹੀ ਪਤਾ ਲੱਗੂ ਕਿ ਦੇਸ਼ੋਂ ਦੇ ਦਿਮਾਗ 'ਚ ਕੀ ਚੱਲਦਾ। ਪਰ ਇੱਕ ਚੀਜ਼ ਤਾਂ ਮੈਨੂੰ ਪਤਾ ਹੈ ਕਿ ਉਹਦੇ ਦਿਮਾਗ 'ਚ ਕੀ ਚੱਲਦਾ ਹੈ। ਉਹ ਕਿਹੜੀ? ਇਹੀ ਕਿ ਤਲਾਕ ਦੇ ਕਾਗਜ਼ਾਂ ਤੇ ਉੱਤੇ ਸਾਈਨ ਕਰ ਦੋਗੀ ਉਹਦੇ ਲਈ ਚੂਚਾ ਨਹੀਂ ਕਰੂਗੀ। ਪਰ ਜਿਹੜੇ ਪੂਰਬ ਦੀ ਕਸਟਡੀ ਵਾਲੇ ਕਾਗਜ਼ ਹੈ ਨਾ ਉਹਦੇ 'ਚ ਉਹ ਟੰਗ ਜ਼ਰੂਰ ਅੜਾਊਗੀ। ਪਰ ਤੈਨੂੰ ਕਿੱਦਾਂ ਪਤਾ ਇਹਦੇ ਬਾਰੇ? ਉਹ ਯਾਰ ਮੈਂ ਉਹਦੀ ਗੱਲਾਂ ਤੋਂ ਅੰਦਾਜ਼ਾ ਲਗਾ ਲਿਆ ਜਦੋਂ ਅਸੀਂ ਕਾਗਜ਼ਾਂ ਤੇ ਸਾਈਨ ਕਰਾਉਣ ਗਏ ਸੀ। ਫਿਰ ਤਾਂ ਕੰਮ ਹੋਰ ਵੀ ਸੌਖਾ ਹੈ। ਤੂੰ ਪੂਰਬ ਤੋਂ ਜਾਨ ਛੁਡਾ ਤੇ ਨਾਲੇ ਤੇਰੇ ਸਿਰ ਤੋਂ ਵੀ ਭਾਰ ਲੱਥੂ। ਤੈਨੂੰ ਕੀ ਲੱਗਦਾ ਕਿ ਇਹ ਗੱਲ ਮੈਂ ਸੋਚੀ ਨਹੀਂ ਹੋਣੀ? ਤੂੰ ਤਾਂ ਸੋਚਿਆ ਹੀ ਹੋਣਾ ਪਰ ਅਰਮਾਨ ਦੇ ਦਿਮਾਗ 'ਚ ਇਹ ਗੱਲ ਪਾਈ ਹੈ ਕਿ ਨਹੀਂ? ਪਾਈ ਸੀ। ਕੀ ਕਹਿੰਦਾ? ਮੈਨੂੰ ਕਹਿੰਦਾ ਮੈਂ ਆਪਣੇ ਮੁੰਡੇ ਨੂੰ ਧੱਕੇ ਖਾਣ ਲਈ ਛੱਡਦਾ। ਫਿਰ ਤਾਂ ਤੈਨੂੰ ਉਡੀਕ ਹੀ ਕਰਨੀ ਪੈਣੀ ਹੈ। ਜਦੋਂ ਤੱਕ ਦੇਸ਼ੋਂ ਨਹੀਂ ਨਾ ਕੁਝ ਕਰਦੀ ਤਾਂ ਤੂੰ ਵੀ ਨਹੀਂ ਕੁਝ ਕਰ ਸਕਦੀ। ਬਸ ਉਡੀਕ ਕਰ ਫਿਰ। ਕਰ ਤਾਂ ਮੈਂ ਕੁਝ ਵੀ ਨਹੀਂ ਸਕਦੀ ਪਰ ਇਦਾਂ ਕੁਝ ਕਰੇ ਬਿਨਾ ਨਾ ਸਰਨਾ ਨਹੀਂ ਆ। ਕਿਹਦਾ ਫੋਨ ਹੈ? ਅਰਮਾਨ ਦਾ। ਮੈਨੂੰ ਘਰੇ ਹੀ ਜਾਣਾ ਪੈਣਾ। ਇਹਦੀਆਂ ਵੀ ਸੁਣ ਲੈ ਕੀ ਕਹਿੰਦਾ। ਤੂੰ ਕਿਧਰੋਂ ਆਈ ਹੈ ਬੀਬੀ? ਮੈਂ ਤੇ ਇੱਥੇ ਸੀ। ਇੱਥੇ ਹੀ ਸੀ ਯਾਰ, ਦੱਸ ਕੇ ਜਾਇਆ ਕਰ। ਉਹ ਟਾਈਮ ਦੇਖ ਕਿੰਨਾ ਹੋ ਗਿਆ। ਦਫ਼ਤਰ ਵੀ ਹੈ ਨਾ, ਤੈਨੂੰ ਪਤਾ ਅੱਜ ਮੈਂ ਲੇਟ ਨਹੀਂ ਹੋ ਸਕਦਾ। ਹਾਲੇ ਤਾਂ ਬਹੁਤ ਟਾਈਮ ਪਿਆ ਆ। ਕੋਈ ਗੱਲ ਨਹੀਂ ਨਾਲੇ ਤੁਸੀਂ ਤਾਂ ਤਿਆਰ ਹੋ ਪਹੁੰਚ ਹੀ ਜਾਓਗੇ ਟਾਈਮ ਨਾਲ। ਉਹ ਯਾਰ ਬਹੁਤ ਟਾਈਮ ਨਹੀਂ ਪਿਆ, ਰੈਡੀ ਹੋ ਗਿਆ ਠੀਕ ਹੈ ਪਰ ਰੋਟੀ ਨਹੀਂ ਖਾਣੀ। ਬ੍ਰੇਕਫਾਸਟ ਬਣਿਆ ਕੀ ਹੈ? ਬ੍ਰੇਕਫਾਸਟ ਚ ਮੈਂ ਤਾਂ ਕੁਝ ਨਹੀਂ ਬਣਾਇਆ। ਤੁਸੀਂ ਫਿਕਰ ਨਾ ਕਰੋ ਆਪਾਂ ਹੁਣੇ ਬਾਹਰੋਂ ਕੁਝ ਮੰਗਾ ਲੈਣੇ ਆ। ਦੱਸੋ ਕੀ ਖਾਣਾ ਹੈ? ਕਦੋਂ ਮੰਗਵਾਏਂਗੀ? ਕਦੋਂ ਆਊਗਾ ਤੇ ਮੈਂ ਖਾਊਂਗਾ ਕਦੋਂ ਯਾਰ? ਮੇਰੇ ਤੋਂ ਸਵੇਰੇ ਉੱਠ ਕੇ ਜਲਦੀ ਨਹੀਂ ਬਣਾਇਆ ਗਿਆ। ਅੱਗੇ ਮੈਂ ਸਾਰੀ ਰਾਤ ਸੋ ਨਹੀਂ ਪਾਈ। ਸੁੱਤੀ ਨਹੀਂ? ਜਗਰਾਤਾ ਕਰਦੀ ਵੀ ਸੀ? ਨਹੀਂ ਇੰਨੇ ਸਟ੍ਰੈਸ ਦੇ ਵਿੱਚ ਬੰਦਾ ਕਿੱਥੋਂ ਸੋ ਸਕਦਾ ਹੈ। ਮੈਂ ਨਾ ਸਾਰੀ ਰਾਤ ਐ ਸੋਚਦੀ ਰਹੀ ਕਿ ਹੁਣ ਦੇਸ਼ੋਂ ਕੀ ਕਰਨ ਵਾਲੀ ਹੈ। ਕਦੇ ਕਦੇ ਤਾਂ ਮੇਰਾ ਦਿਲ ਕਰਦਾ ਕਿ ਮੈਂ ਦੇਸ਼ੋਂ ਨੂੰ ਘਰੋਂ ਬਾਹਰ ਹੀ ਨਾ ਕੱਢਦਾ। ਸਾਰਾ ਦਿਨ ਦੇਸ਼ੋਂ 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 ਕਰਦੀ ਰਹਿੰਦੀ ਹੈ। ਤੁਹਾਨੂੰ ਪਤਾ ਤਾਂ ਹੈ ਉਹ ਹਰ ਵਾਰ ਕੋਈ ਨਾ ਕੋਈ ਪੰਗਾ ਪਾਈ ਰੱਖਦੀ ਹੈ। ਆਹੋ ਪੰਗਾ ਪਾਉਣ ਨੂੰ ਵਿਹਲੀ ਹੈ, ਬਸ ਤੇਨਾਂ ਪੰਗੇ ਲੈਂਦੀ ਰਹਿੰਦੀ ਹੈ ਨਾ। ਦੇਸ਼ੋਂ ਦਾ ਇੰਨਾ ਨਾਮ ਲੈਣੀ ਨਾ ਮੈਨੂੰ ਇਦਾਂ ਲੱਗਦਾ ਕਿ ਦੇਸ਼ੋਂ ਕਿਤੇ ਆਸ-ਪਾਸ ਹੀ ਬੈਠੀ ਹੋਈ ਹੈ। ਹੁਣ ਕੌਣ ਆ ਗਿਆ? ਮੈਨੂੰ ਲੇਟ ਕਰੂਗਾ ਯਾਰ।
ਦਿਸ਼ੋ ਤੂੰ ਇੱਥੇ ਕਿਉਂ ਆ ਨਹੀਂ ਸਕਦੀ? ਪਰ ਇਹ ਸਭ ਕੁਝ ਹੈ ਬੈਗ ਬੂਗ ਮੇਰਾ ਹੀ ਬੈਗ ਹੈ, ਕਿਸੇ ਹੋਰ ਦਾ ਤਾਂ ਨਹੀਂ ਚੁੱਕ ਕੇ ਲਿਆਂਦਾ ਮੈਂ। ਪਰ ਤੂੰ ਏਡਾ ਸਾਰਾ ਸਮਾਨ ਲੈ ਕੇ ਕਰਨ ਕੀ ਆਈ ਇੱਥੇ? ਹਾਂ ਹਾਂ ਦੱਸ, ਤੂੰ ਕੀ ਇੱਥੇ ਲੈਣ ਆਈ ਹੈ ਹੁਣ? ਇੰਨਾ ਸਮਾਨ ਤਾਂ ਨਿਆਣੇ ਵਾਂਡੇ ਵੀ ਉਦੋਂ ਲੈ ਕੇ ਜਾਂਦੇ ਨੇ ਜਦੋਂ ਛੁੱਟੀਆਂ ਕੱਟਣ ਜਾਣਾ ਹੋ। ਤੇ ਤੂੰ ਇੱਥੇ ਛੁੱਟੀਆਂ ਕੱਟਣ ਆਈ ਹੈ? ਕੀ ਮਤਲਬ ਹੈ ਤੇਰਾ? ਓਏ ਜੇ ਤੁਸੀਂ ਸਮਝਿਆ, ਹੁਣ ਤਾਂ ਮੈਂ ਰਹਿਣ ਆ ਹੀ ਗਈ ਆ ਇੱਥੇ। ਤੂੰ ਇੱਥੇ ਇਸ ਘਰ ਦੇ ਵਿੱਚ ਰਹੇਂਗੀ? ਪਰ ਤੂੰ ਇੱਥੇ ਕਿੱਦਾਂ ਰਹਿ ਸਕਦੀ ਹੈ? ਜਿੱਦਾਂ ਤੁਸੀਂ ਦੋਨੋਂ ਰਹਿੰਦੇ ਹੋ। ਤੇਰਾ ਮਤਲਬ ਤੂੰ ਸਾਡੇ ਦੋਹਾਂ ਨਾਲ ਇਸ ਘਰ ਵਿੱਚ ਰਹੇਂਗੀ? ਹਾਂਜੀ, ਹੁਣ ਮੈਂ ਤੁਹਾਡੇ ਦੋਹਾਂ ਨਾਲ ਐਸੇ ਘਰ ਵਿੱਚ ਰਵਾਂਗੀ। ਉਹ ਕਿੱਧਰ ਤੁਰੀ ਜਾਨੀ ਵੀ ਹੈ? ਆਪਣੇ ਘਰ ਵਿੱਚ, ਹੋਰ ਕਿੱਥੇ? ਇਹ ਘਰ ਹੁਣ ਤੇਰਾ ਨਹੀਂ ਰਿਹਾ। ਤੇਰੇ ਕਹਿਣ ਨਾਲ ਇਹ ਮੇਰਾ ਘਰ ਨਹੀਂ ਰਹੂਗਾ। ਪਰ ਤੈਨੂੰ ਕਿਹਨੇ ਹੱਕ ਦਿੱਤਾ ਇਸ ਘਰ ਵਿੱਚ ਆਉਣ ਦਾ, ਤੈਨੂੰ ਆਪਣਾ ਕਹਿਣ ਦਾ? ਮੈਨੂੰ ਕਿਹਨੇ ਹੱਕ ਦਿੱਤਾ? ਤੁਸੀਂ ਤੇ ਤੁਹਾਡੀ ਹੈ ਮੈਡਮ ਜੀ। ਉਹ ਤੇਰਾ ਦਿਮਾਗ ਖਰਾਬ ਹੋ ਗਿਆ? ਕੀ ਬੋਲੀ ਜਾਨੀ ਹੈ? ਕਿਉਂ, ਮੈਂ ਕੁਝ ਗਲਤ ਕਹਿ ਰਹੀ ਹਾਂ ਅਰਮਾਨ? ਉਹ ਸਹੀ ਵੀ ਕੀ ਕਹਿਨੀ ਪਈ ਹੈ? ਤੂੰ ਪਹਿਲਾਂ ਇਹ ਦੱਸ, ਸਾਡੇ ਦੋਵਾਂ ਚੋਂ ਸੱਦਾ ਕਿਹਨੇ ਦਿੱਤਾ ਤੈਨੂੰ? ਸਿੰਪਲ ਤੂੰ ਸੱਦਿਆ ਇਹਨੂੰ? ਨਹੀਂ ਅਰਮਾਨ, ਮੈਂ ਕਿਉਂ ਸੱਦੂੰਗੀ ਇਹਨੂੰ? ਮੈਂ ਵੀ ਨਹੀਂ ਸੱਦਿਆ। ਹੁਣ ਤੂੰ ਦੱਸ, ਕਿੰਨੇ ਤੈਨੂੰ ਹੱਕ ਦਿੱਤਾ ਇਸ ਘਰ ਨੂੰ ਆਪਣਾ ਕਹਿਣ ਦਾ ਤੇ ਇਸ ਘਰ ਦੇ ਵਿੱਚ ਆਉਣ ਦਾ? ਹਾਂ, ਵੈਸੇ ਵੀ ਅਸੀਂ ਇਹਨੂੰ ਕਿਉਂ ਸੱਦਾਂਗੇ? ਮੇਰੀ ਗੱਲ ਤਾਂ ਛੱਡ ਹੀ ਦੋ। ਅਰਮਾਨ ਵੀ ਹੁਣ ਕਿਉਂ ਸੱਦਣਗੇ? ਹਾਂ, ਤੇ ਨਾਲੇ ਜੇ ਤੈਨੂੰ ਭੁੱਲ ਚੁੱਕਾ ਵਾ ਕਿ ਮੈਂ ਤੈਨੂੰ ਇਸ ਘਰ ਚੋਂ ਕੱਢਤਾ ਤੇ ਮੈਂ ਯਾਦ ਕਰਾਉਣਾ, ਤੈਨੂੰ ਮੈਂ ਇਸ ਘਰ ਚੋਂ ਤੋੜ ਚੁੱਕਾ, ਉਹ ਵੀ ਪੱਕੇ ਤੌਰ ਤੇ। ਚੇਤਾ ਤੁਹਾਨੂੰ ਨਹੀਂ ਰਿਹਾ ਅਰਮਾਨ? ਮੈਨੂੰ ਲੱਗਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਨਾ ਤੁਹਾਡੀ ਇਸ ਘਰ ਵਿੱਚ ਸੇਵਾ ਨਹੀਂ ਹੁੰਦੀ। ਮੇਰੀ ਸੇਵਾ ਹੋਵੇ ਜਾਂ ਨਾ ਹੋਵੇ, ਇਹਨਾਂ ਤੈਨੂੰ ਨਾ ਕੋਈ ਫਰਕ ਨਹੀਂ ਪੈਣਾ ਚਾਹੀਦਾ। ਚਲੋ ਨਹੀਂ ਕਰਦੀ ਫਿਕਰ, ਮੈਂ ਚੇਤੇ ਕਰਾ ਦਿੰਦੀ ਹਾਂ ਤੁਹਾਨੂੰ। ਤੁਸੀਂ ਦੋਨਾਂ ਨੇ ਸਿਰਫ ਆਪਣੇ ਰਿਸ਼ਤੇ ਦਾ ਝੂਠ ਬੋਲਿਆ ਸੀ ਤੇ ਮੈਨੂੰ ਧੋਖਾ ਦਿੱਤਾ ਸੀ। ਇਸ ਘਰ ਵਿੱਚੋਂ ਮੈਂ ਆਪਣੀ ਮਰਜ਼ੀ ਨਾਲ ਗਈ ਸੀ। ਤੇ ਜੇ ਨਾ ਜਾਂਦੀ ਨਾ ਤੇ ਮੈਂ ਤੈਨੂੰ ਉਦਾਂ ਵੀ ਕੱਢ ਦੇਣਾ ਸੀਗਾ, ਧੱਕੇ ਮਾਰ ਕੇ। ਹਾਂ, ਹੁਣ ਇਹ ਘਰ ਨਾ ਮੇਰਾ ਹੈ। ਅਰਮਾਨ ਕਹਿੰਦੇ ਨੇ। ਅਰਮਾਨ ਤਾਂ ਅਜੇ ਵੀ ਆਈ ਕਹਿੰਦੇ ਨੇ ਕਿ ਉਹਨਾਂ ਨੇ ਮੈਨੂੰ ਇਸ ਘਰੋਂ ਬਾਹਰ ਕੱਢ ਹੀ ਦੇਣਾ ਸੀ, ਪਰ ਮੈਂ ਅਰਮਾਨ ਨੂੰ ਤੇ ਇਸ ਘਰ ਦੀ ਮਾਲਕਣ ਨੂੰ, ਜਿਹੜੀ ਅਰਮਾਨ ਨੇ ਬਣਾਈ ਹੈ, ਦੋਨਾਂ ਨੂੰ ਦੱਸ ਦਿੰਦੀ ਕਿ ਜੇ ਉਸ ਟਾਈਮ ਮੈਂ ਆਪਣੀ ਆਈ ਤੇ ਆ ਜਾਂਦੀ ਨਾ, ਤੁਸੀਂ ਦੋਨੋਂ ਮੈਨੂੰ ਘਰੋਂ ਕੱਢ ਨਹੀਂ ਸਕਦੇ ਸੀ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਂਦੇ ਤੁਸੀਂ। ਜੇ ਤੂੰ ਆਪਣੀ ਆਈ ਤੇ ਆਣਾ ਸੀ ਤਾਂ ਉਦੋਂ ਹੀ ਆ ਜਾਂਦੀ। ਹੁਣ ਕੀ ਇੱਥੇ ਲੈਣ ਆਈ ਹੈ? ਹਾਂ, ਤੇ ਨਾਲੇ ਇਸ ਘਰ ਵਿੱਚ ਨਾ ਹੁਣ ਤੇਰੀ ਜਗ੍ਹਾ ਨਹੀਂ ਹੈ। ਤੇ ਅਸੀਂ ਦੋਵੇਂ ਨਾ ਇਸ ਘਰ ਵਿੱਚ ਖੁਸ਼ ਆ। ਤੇ ਸਾਡਾ ਤੇ ਇੰਨਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਮੇਰਾ ਤਾਂ ਸਾਰਾ ਲੈਣਾ ਦੇਣਾ ਤੁਹਾਡੇ ਨਾਲ ਹੀ ਹੈ। ਉਹ ਤੂੰ ਕਹਿਣਾ ਕੀ ਚਾਹੁੰਦੀ ਹੈ? ਮੈਨੂੰ ਪਤਾ ਹੈ ਅਰਮਾਨ ਇਹ ਕੀ ਕਹਿਣਾ ਚਾਹੁੰਦੀ ਹੈ। ਇਹਦਾ ਹੁਣ ਹੋਰ ਕੋਈ ਵਾਸਤਾ ਚੱਲਦਾ ਨਹੀਂ ਹੈ ਕਿ ਇਹ ਨਾ ਸਿੱਧਾ ਤੁਹਾਡੇ ਨਾਲ ਕਲੇਸ਼ ਕਰਨ ਆਈ ਹੈ ਇੱਥੇ। ਅੱਛਾ, ਤੇ ਇੱਕ ਗੱਲ ਤੈਨੂੰ ਮੈਂ ਚੰਗੀ ਤਰ੍ਹਾਂ ਦੱਸਦਾ, ਸਾਨੂੰ ਨਾ ਤੇਰੇ ਨਾਲ ਲੜਨ ਦਾ ਕੋਈ ਸ਼ੌਂਕ ਨਹੀਂ ਹੈ ਹੁਣ। ਇਹ ਤੁਸੀਂ ਕਹਿ ਰਹੇ ਹੋ ਅਰਮਾਨ? ਸੱਚੀ ਤੁਹਾਨੂੰ ਕੋਈ ਸ਼ੌਂਕ ਨਹੀਂ ਮੇਰੇ ਨਾਲ ਲੜਨ ਦਾ? ਹਾਂ, ਨਾ ਤਾਂ ਅਰਮਾਨ ਦੇ ਕੋਲ ਸਮਾਂ ਹੈ ਤੇਰੇ ਨਾਲ ਲੜਨ ਦਾ, ਤੇ ਨਾ ਹੀ ਸਾਡੇ ਦੋਹਾਂ ਕੋਲ ਵੇਲ ਆ। ਪਰ ਵੇਲ ਤਾਂ ਹੁਣ ਕੱਢਣਾ ਹੀ ਪੈਣਾ ਅਰਮਾਨ ਨੂੰ, ਕਿਉਂਕਿ ਆ ਲੜਾਈ ਅਰਮਾਨ ਨੇ ਸ਼ੁਰੂ ਕੀਤੀ ਹੈ। ਉਹ ਮੈਂ ਕਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਸੀ? ਹਾਂ, ਤੇ ਲੜਨ ਲਈ ਨਾ ਇੱਥੇ ਤੂੰ ਆਪ ਹੀ ਆਈ ਹੈ। ਓਹੋ, ਘਰ ਦੀ ਮਾਲਕਨ ਜੀ, ਤੁਸੀਂ ਹਜੇ ਤੱਕ ਉੱਥੇ ਹੀ ਹੋ। ਮੈਂ ਕਿਹਾ ਨਾ ਕਿ ਇਸ ਲੜਾਈ ਦੀ ਸ਼ੁਰੂਆਤ ਤੁਸੀਂ ਦੋਹਾਂ ਨੇ ਆਪੇ ਕੀਤੀ ਹੈ। ਜੇ ਤੈਨੂੰ ਕੁਝ ਕਹਿੰਦੇ ਨਹੀਂ ਤੇ ਤੂੰ ਅੱਗੇ ਵਧੀਆ ਨਹੀਂ ਹੈ। ਤੂੰ ਦੱਸ, ਲੜਾਈ ਕਦੋਂ ਸ਼ੁਰੂ ਕੀਤੀ ਮੈਂ? ਤੇ ਨਾਲੇ ਤੂੰ ਇਸ ਘਰ 'ਚ ਆਈ ਕਿਉਂ ਹੈ? ਤੈਨੂੰ ਕਦੋਂ ਬੁਲਾਇਆ ਮੈਂ? ਤੁਸੀਂ ਲੜਾਈ ਆਪ ਸ਼ੁਰੂ ਕੀਤੀ ਹੈ ਕਾਨੂੰਨੀ ਤੌਰ ਤੇ, ਮੈਨੂੰ ਤਲਾਕ ਤੇ ਪੂਰਬ ਦੇ ਕਸਟਡੀ ਦੇ ਕਾਗਜ਼ ਭੇਜ ਕੇ। ਜੇ ਅਰਮਾਨ ਨੇ ਤੈਨੂੰ ਕਾਗਜ਼ ਭੇਜੇ ਨੇ, ਇਹਦਾ ਮਤਲਬ ਇਹ ਨਹੀਂ ਆ ਕਿ ਉਹ ਤੇਰੇ ਨਾਲ ਲੜਾਈ ਲੈਣਾ ਚਾਹੁੰਦੇ ਨੇ। ਹਾਂ, ਤੇ ਉਹ ਕਾਗਜ਼ ਤੈਨੂੰ ਭੇਜੇ ਤਾਂ ਕਿ ਤੂੰ ਉਹਨਾਂ ਤੇ ਸਾਈਨ ਕਰੇ ਤੇ ਚੁੱਪਚਾਪ ਖਤਮ ਕਰੇਗਾ। ਤੇ ਉਹ ਸਾਈਨ ਕਰਨ ਲਈ ਨਾ ਤੈਨੂੰ ਇਸ ਘਰ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਸੀ। ਉਹਦਾ ਤੁਸੀਂ ਸੋਚਦੇ ਹੋ, ਪਰ ਮੈਨੂੰ ਲੱਗਦਾ ਕਿ ਉਹ ਦਸਖਤ ਮੈਂ ਇਸੇ ਘਰ ਵਿੱਚ ਕਰ ਸਕਦੀ ਹਾਂ। ਇਸ ਘਰ ਵਿੱਚ ਕਰ ਸਕਦੀ ਹੈ? ਕੀ ਮਤਲਬ ਤੇਰਾ? ਮਤਲਬ ਹੈ, ਮੈਂ ਸਮਝਾਨੀ ਆ, ਇਹ ਨਾ ਆਪਣੇ ਤਲਾਕ ਦੇ ਕਾਗਜ਼ਾਂ ਨੂੰ ਲੈ ਕੇ ਬੜਾ ਜਜ਼ਬਾਤੀ ਹੋ ਗਿਆ ਤੇ ਇਹ ਸੋਚਦੀ ਹੈ ਕਿ ਹੁਣ ਉਹਨਾਂ ਕਾਗਜ਼ਾਂ ਦੇ ਉੱਤੇ ਸਾਈਨ ਨਾ
ਉਹ ਤੁਹਾਡੇ ਨਾਲ ਇਸ ਘਰ ਦੇ ਵਿੱਚ ਕਰੂਗੀ, ਹੈ ਨਾ? हाँ हाँ ठीक है, चल फिर साइन कर ते काम खत्म कर। रुक जो ਇੰਨੀ ਵੀ ਕਾਦੀ ਕਾਲੀ ਹੈ? ਇੰਨਾ ਵੱਡਾ ਫੈਸਲਾ ਮੈਂ ਇੱਕ ਝਟਕੇ ਵਿੱਚ ਤਾਂ ਨਹੀਂ ਕਰ ਸਕਦੀ। होर की चाहनी है? किन्ना कुछ समा लगू तेनू अपना यह फैसला लेने नूं? ਘੱਟੋ ਘੱਟ 3 ਮਹੀਨੇ। ਕਿਉਂ? ਤੈਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ? ਜਿਹੜਾ ਪਹਿਲੇ ਸਾਈਨ ਕਰਨੇ ਸਿੱਖਣੇ ਤਾਂ ਤੂੰ 3 ਮਹੀਨੇ ਲਾਉਣੇ ਆ। जे नहीं करने होंदे तां कोई गल नहीं, आपां अंगूठा लवा लैने। ਮੈਨੂੰ ਆਪਣੇ ਦਸਤਖਤ ਚੰਗੀ ਤਰ੍ਹਾਂ ਕਰਨੇ ਆਉਂਦੇ ਤੇ ਮੈਂ ਕਰਾਂਗੀ ਵੀ, ਪਰ ਇੰਨੀ ਛੇਤੀ ਨਹੀਂ। फिर तेनू 3 महीने काहदे वास्ते चाहिए? ਤੁਸੀਂ ਤਾਂ ਬੜੇ ਪੱਥਰ ਦਿਲ ਹੋ ਗਏ ਅਰਮਾਨ, ਇੰਨਾ ਵੀ ਨਹੀਂ ਸਮਝਦੇ। ਮੈਂ ਆਪਣੇ ਘਰ ਨੂੰ ਛੱਡ ਕੇ ਜਾਣਾ, ਇਦਾਂ ਹੀ ਚਲੀ ਜਾਵਾਂ? ते जे कुछ लैके जाना है ओ लै ते निकल बाहर। ਕੀ ਲੈ ਕੇ ਜਾਵਾਂ ਤੇ ਕਿੱਦਾਂ ਲੈ ਕੇ ਜਾਵਾਂ ਉਹ ਮਿਹਨਤ ਜੋ ਮੈਂ ਇਸ ਮਕਾਨ ਨੂੰ ਘਰ ਬਣਾਉਣ 'ਚ ਲਗਾਈ ਸੀ? ਆਪਣੇ ਪੁੱਤ ਦੀ ਇੱਕ ਦਿਨ ਵੱਡੇ ਹੁੰਦੇ ਕੀਤੀਆਂ ਸ਼ਰਾਰਤਾਂ ਦੀ ਯਾਦਾਂ ਕਿੱਦਾਂ ਲੈ ਕੇ ਜਾਵਾਂ? ਅਰਮਾਨ, ਮੈਂ ਨਾ ਥੋੜੀ ਦੇਰ ਬਹਿ ਜਾਨੀ ਆ। ਜਦੋਂ ਇਹ ਤਾਂ ਤਮਾਸ਼ਾ ਮੁੱਕ ਜਾਏਗਾ ਨਾ, ਮੈਨੂੰ ਬੁਲਾ ਲਿਓ। ਤੈਨੂੰ ਤਾਂ ਨਾਟਕ ਹੀ ਲੱਗਣਾ ਹੈ, ਕਿਉਂਕਿ ਤੂੰ ਇਸ ਘਰ ਨੂੰ ਬਣਾਉਣ 'ਚ ਕੋਈ ਮਿਹਨਤ ਨਹੀਂ ਕੀਤੀ। ਮੈਨੂੰ ਪੁੱਛਣਾ ਜਿਹਨੇ ਹਮੇਸ਼ਾ ਇਸ ਘਰ ਨੂੰ ਮੰਦਿਰ ਸਮਝਿਆ। ਤੇ ਜੇ ਤੂੰ ਇਸ ਘਰ ਨੂੰ ਮੰਦਰ ਸਮਝਿਆ ਹੈ, ਤੇ ਅਸੀਂ ਦੋਵੇਂ ਤੇਰੇ ਵਾਸਤੇ ਦੇਵੀ ਦੇਵਤੇ ਬਣ ਜਾਈਏ? ਦੇਵੀ ਦੇਵਤੇ ਨਾ ਬਣੋ, ਪਰ ਮੈਂ ਇੱਥੇ ਰਹਿ ਕੇ ਪੱਕਾ ਕਰਨਾ ਚਾਹੁੰਦੀ ਹਾਂ ਕਿ ਮੇਰੇ ਇਸ ਮੰਦਿਰ ਵਿੱਚ ਰਹਿ ਰਹੇ ਲੋਕੀ ਮੇਰੇ ਘਰ ਨੂੰ ਘਰ ਵੀ ਸਮਝਦੇ ਨੇ ਕਿ ਨਹੀਂ। ਉਹ ਠੀਕ ਹੈ, ਆਪਾਂ ਕਿਹੜਾ ਤੇਰੇ ਘਰ ਨੂੰ ਗੋਦਾਮ ਬਣਾਤਾ ਵਾ। ਦੇਖ ਲੈ ਸਭ ਠੀਕ ਠਾਕ ਹੀ ਹੈ, ਤੇ ਹੁਣ ਜ਼ਾਲ ਡਰਾਮੇ ਕਰਨ ਦੀ ਲੋੜ ਨਹੀਂ। ਚੁੱਪਚਾਪ ਸਾਈਨ ਕਰ ਤੇ ਚੱਲ ਜਾ ਇੱਥੋਂ। ਨਹੀਂ ਅਰਮਾਨ, ਇਹ ਘਰ ਉਦਾਂ ਦਾ ਨਹੀਂ ਰਿਹਾ ਜਿੱਦਾਂ ਮੈਂ ਛੱਡ ਕੇ ਗਈ ਸੀ। ਅੱਛਾ, ਪਹਿਲਾਂ ਕਿਹੜੇ ਇਸ ਘਰ ਦੇ ਵਿੱਚ ਫੁੱਲ ਲੱਗੇ ਸੀ ਜਿਹੜੇ ਮੈਂ ਝਾੜਤੇ ਆ? ਫੁੱਲ ਤਾਂ ਲੱਗੇ ਸੀ ਸਿੰਪਲ, ਪਰ ਤੈਨੂੰ ਨਹੀਂ ਦਿਸਣਾ। ਤੂੰ ਚੁੱਪ ਕਰਕੇ ਬਹਿ ਜਾ, ਮੈਨੂੰ ਅਰਮਾਨ ਨਾਲ ਗੱਲ ਕਰਨ ਦੇ। ਹਾਂ ਦੱਸ ਕੀ ਹੋ ਗਿਆ ਤੇਰੇ ਘਰ ਨੂੰ? ਬੰਦ ਹੋ ਗਿਆ ਉਹ ਦਰਵਾਜ਼ਾ ਜਿਹੜਾ ਹਮੇਸ਼ਾ ਮਹਿਮਾਨਾਂ ਲਈ ਖੁੱਲਾ ਰਹਿੰਦਾ ਸੀ। ਤੇ ਨਾਲੇ ਤੁਸੀਂ ਵੀ ਤਾਂ ਬਦਲ ਗਏ ਅਰਮਾਨ। ਠੀਕ ਹੈ, ਬਦਲ ਗਿਆ ਬੜਾ ਕੁਝ, ਪਰ ਹੁਣ ਦੱਸ ਤੂੰ ਕੀ ਕਰਨਾ? ਮੈਂ ਉਹ ਦਰਵਾਜ਼ਾ ਦੁਬਾਰਾ ਖੋਲਣਾ ਹੈ ਤੇ ਆਪਣੇ ਪੁੱਤ ਕੋਲ ਰਹਿ ਕੇ ਉਹਨੂੰ ਇੰਨਾ ਪਿਆਰ ਕਰਨਾ ਹੈ ਕਿ ਉਹਨੂੰ ਕਦੇ ਵੀ ਨਾ ਲੱਗੇ ਕਿ ਉਹ ਆਪਣੀ ਮਾਂ ਤੋਂ ਦੂਰ ਹੈ। ਉਹਦੇ ਵਾਸਤੇ ਤੂੰ 3 ਮਹੀਨੇ ਇਸ ਘਰ 'ਚ ਰਹੇਂਗੀ? ਹਾਂ, ਸਿਰਫ 3 ਮਹੀਨੇ। 3 ਮਹੀਨਿਆਂ ਤੋਂ ਇੱਕ ਦਿਨ ਉੱਤੇ। ਪਰ ਇਸ ਘਰ ਦੇ ਵਿੱਚ ਤਾਂ ਹੁਣ ਅਸੀਂ ਰਹਿੰਦੇ ਆ। ਤੁਸੀਂ ਰਹਿ ਜਾਓ ਇਸ ਘਰ ਵਿੱਚ, ਮੈਂ ਤੁਹਾਨੂੰ ਤੰਗ ਨਹੀਂ ਕਰਦੀ। ਨਹੀਂ ਪਾਉਂਦੀ ਤੁਹਾਡੇ ਰੰਗ ਵਿੱਚ ਭੰਗ। ਮੈਂ ਉੱਤੇ ਵਾਲੇ ਕਮਰੇ ਵਿੱਚ ਰਹਿ ਜਾਊਂਗੀ, ਤੁਹਾਨੂੰ ਭੋਰਾ ਪਰੇਸ਼ਾਨ ਨਹੀਂ ਕਰਦੀ। ਬਸ ਜਦ ਬਾਹਰ ਜਾਣਾ ਹੋਊਗਾ ਉਦੋਂ ਹੀ ਥੱਲੇ ਆਉਂਗੀ। ਪਰ ਇਹ ਕਿੱਦਾਂ ਹੋ ਸਕਦਾ ਹੈ? ਤੇ ਨਾਲੇ ਇਹ ਘਰ ਕਿਹੋ ਜਿਹਾ ਨਾ, ਇਹ ਪੁੱਛਣ ਵਾਸਤੇ ਮੈਨੂੰ ਤੇਰੀ ਮਨਜ਼ੂਰੀ ਦੀ ਬਿਲਕੁਲ ਲੋੜ ਨਹੀਂ ਹੈ। ਇਹ ਘਰ ਮੇਰਾ, ਤੈਨੂੰ ਵੀ ਪਤਾ। ਇਹ ਘਰ ਮੈਨੂੰ ਬਹੁਤ ਪਸੰਦ ਹੈ। ਮੈਂ ਤਾਂ ਤੁਹਾਡੇ ਫਾਇਦੇ ਦੀ ਗੱਲ ਕਰ ਰਹੀ ਹਾਂ ਅਰਮਾਨ। ਤੁਹਾਨੂੰ ਪਤਾ ਹੈ ਇਹ ਘਰ ਤੁਹਾਡਾ ਹੀ ਹੈ, ਪਰ ਇਸ ਘਰ ਨੂੰ ਬਣਾਉਣ ਵਿੱਚ ਮੇਰੀ ਵੀ ਤਾਂ ਮਿਹਨਤ ਹੈ। ਉਹ ਤੇਰੀ ਕਿਹੜੀ ਮਿਹਨਤ ਲੱਗੀ ਇਸ ਘਰ ਨੂੰ ਬਣਾਉਣ 'ਚ? ਹੁਣ ਤੁਹਾਨੂੰ ਕਿੱਥੇ ਦਿਖਣੀ ਹੈ ਮੇਰੀ ਮਿਹਨਤ? ਹੁਣ ਤਾਂ ਕਿਸੇ ਨੇ ਤੁਹਾਡਾ ਘਰ ਬਰਬਾਦ ਕਰ ਦਿੱਤਾ ਹੈ। ਉਜੜ ਗਿਆ ਤੁਹਾਡਾ ਘਰ ਅਰਮਾਨ। ਤੇਰੇ ਕਹਿਣ ਦਾ ਮਤਲਬ ਕੀ ਹੈ ਕਿ ਇਸ ਘਰ ਨੂੰ ਮੈਂ ਉਜਾੜ ਦਿੱਤਾ? ਆਈਓ ਕਹਿਣਾ ਚਾਹੁੰਦੀ ਹੈ ਨਾ ਤੂੰ? ਹਾਏ ਮੈਂ ਮਰ ਜਾ, ਮੈਂ ਕਿਤੇ ਇਸ ਘਰ ਦੀ ਮਾਲਕਨ ਤੇ ਇਲਜ਼ਾਮ ਲਾ ਸਕਦੀ ਹਾਂ? ਫੇਰ ਤੂੰ ਇੱਥੇ 3 ਮਹੀਨੇ ਰੁਕ ਕੇ ਕਰਨਾ ਕੀ ਹੈ? ਬਸ ਇੰਨੀ ਕੁ ਗੱਲ ਪੱਕੀ ਕਰਨੀ ਹੈ ਕਿ ਮੇਰੇ ਪੁੱਤ ਨੂੰ ਇਸ ਘਰ ਵਿੱਚ ਕੋਈ ਤੰਗੀ ਨਾ ਰਹੇ। ਉਹਨੂੰ ਇਸ ਘਰ ਦੇ ਵਿੱਚ 1% ਵੀ ਤੰਗੀ ਨਹੀਂ ਹੁੰਦੀ, ਆਈ ਸਮਝ? ਤੁਹਾਡੀ ਇਸ ਗੱਲ ਤੇ ਮੈਂ ਪਹਿਲਾਂ ਵੀ ਵਿਸ਼ਵਾਸ ਕਰਕੇ ਦੇਖ ਲਿਆ, ਪਰ ਇਸ ਵਾਰ ਨਹੀਂ ਮੈਂ ਵਿਸ਼ਵਾਸ ਕਰਨ ਲੱਗੀ ਤੁਹਾਡੀ ਗੱਲਾਂ ਤੇ। ਤੇ ਇਸ ਵਾਰ ਕੀ ਹੁਣ ਅਰਮਾਨ ਤੈਨੂੰ ਲਿਖ ਕੇ ਦੇ ਦੇਣ? ਲਿਖ ਕੇ ਨਾ ਦੋ, ਬਸ ਮੈਂ 3 ਮਹੀਨੇ ਇਸ ਘਰ ਵਿੱਚ ਰਵਾਂਗੀ ਤੇ ਆਪ ਵੇਖਾਂਗੇ ਕਿ ਮੇਰੇ ਪੂਰਬ ਨੂੰ ਇਸ ਘਰ ਵਿੱਚ ਕੋਈ ਤੰਗ ਨਾ ਕਰੇ। ਤੇ ਮੇਰੀ ਤਸੱਲੀ ਹੋਣ ਤੋਂ ਬਾਅਦ ਹੀ ਮੈਂ ਕਸਟਡੀ ਦੇ ਕਾਗਜ਼ਾਂ ਤੇ ਸਾਈਨ ਕਰਾਂ। ਜੇ ਤੂੰ ਮੁੱਕਰ ਗਈ ਫੇਰ? ਮੈਂ ਕਾਹਨੂੰ ਮੁਕਰਨਾ? ਬਸ ਤੁਹਾਨੂੰ 3 ਮਹੀਨੇ ਮੇਰੀ ਸ਼ਕਲ ਦੇਖਣੀ ਪੈਣੀ ਹੈ ਔਖੀ ਸੌਖੀ। ਉਹ ਤੂੰ 3 ਮਹੀਨੇ ਦੀ ਗੱਲ ਕਰਦੀ ਹੈ? ਮੈਂ ਤੇਰੇ ਵਰਗੀ ਜਨਾਨੀ ਦੀ ਸ਼ਕਲ 1 ਮਿੰਟ ਨਾ ਦੇਖਾਂ। ਇਸੇ ਕਰਕੇ ਨਾ ਤੈਨੂੰ ਮੈਂ ਤਲਾਕ ਦੇ ਕਾਗਜ਼ ਭੇਜੇ ਸੀਗੇ। ਕਾਗਜ਼ ਦੇ ਜਵਾਬ ਵਿੱਚ ਨਾ ਮੈਂ ਕਾਗਜ਼ ਵੀ ਭੇਜ ਸਕਦੀ ਹਾਂ ਅਰਮਾਨ। ਕਿਤੇ ਆ ਨਾ ਹੋਵੇ ਕਿ ਤੁਹਾਨੂੰ ਮੇਰੀ ਸ਼ਕਲ ਕਚਹਿਰੀ ਵਿੱਚ ਵੇਖਣੀ ਪਏ। ਉਹ ਤੂੰ ਮੈਨੂੰ ਕਾਗਜ਼ ਭੇਜੇਗੀ? ਉਹ ਕਚਹਿਰੀ 'ਚ ਮੇਰਾ ਸਾਹਮਣਾ ਕਿੱਦਾਂ ਕਰੇਂਗੀ?
ਸਿੰਪਲ ਸੁਣਦੀ ਇਹਦੀਆਂ ਗੱਲਾਂ। ਹਾਂਜੀ, ਜਿਵੇਂ ਕਚਹਿਰੀਆਂ ਨੇ ਹੋ ਗਈਆਂ, ਬੱਚਿਆਂ ਦਾ ਖੇਡ ਹੋ ਗਿਆ ਕੇਸ ਲੜਨਾ। ਮੈਂ ਭਾਵੇਂ ਪਿੰਡੂ ਹਾਂ, ਪਰ ਵਿਆਹੀ ਤਾਂ ਪੜ੍ਹੇ ਲਿਖੇ ਬੰਦੇ ਨਾਲ ਸੀ, ਤਾਂ ਇੰਨਾ ਕੁ ਤਾਂ ਮੈਨੂੰ ਵੀ ਪਤਾ ਹੈ ਕਿ ਕੇਸ ਲੜਨਾ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ। ਜੇ ਮੈਂ ਕਾਗਜ਼ਾਂ ਤੇ ਦਸਤਖਤ ਨਾ ਕਰਾਂ ਤੇ ਘਰ ਦੀ ਮਾਲਕਣ ਨੂੰ ਘਰ ਦੀ ਮਾਲਕੀ ਮਿਲਣ 'ਚ ਸਮਾਂ ਲੱਗ ਸਕਦਾ ਹੈ, ਤੇ ਐਵੇਂ ਅਰਮਾਨ ਦਾ ਘੇੜਾ ਵੀ ਲੱਗੂਗਾ ਕਚਹਿਰੀਆਂ ਵਿੱਚ। ਸੋਚ ਲਓ। ਸੋਚ ਲਿਆ, ਅਸੀਂ ਨਾ ਡਰਦੇ ਨਹੀਂ ਆ ਤੇਰੇ ਕੋਲੋਂ। ਮਰਜ਼ੀ ਹੈ, ਫੇਰ ਨਾ ਕਿਉਂ ਦੱਸਿਆ ਨਹੀਂ? ਕੇਸ ਲੜਨ 'ਚ ਪੈਸੇ ਵੀ ਜਾਣੇ ਐ ਤੇ ਸਮਾਂ ਵੀ। ਤੁਹਾਡੇ ਹੀ ਫਾਇਦੇ ਦਾ ਸੌਦਾ ਹੈ, ਸੋਚ ਲਓ। ਆਪਣੀਆਂ ਸੌਦੇਬਾਜ਼ੀਆਂ ਨਾ ਕਿਤੇ ਹੋਰ ਜਾ ਕੇ ਕਰੀ, ਮੈਨੂੰ ਡਰਾਵਾ ਦੇਣ ਦੀ ਲੋੜ ਨਹੀਂ। ਤੇ ਨਾਲੇ ਮੈਂ ਕੋਈ ਸੌਦਾ ਵੀ ਨਹੀਂ ਕਰਨਾ, ਭਾਵੇਂ ਉਹ ਘਾਟੇ ਦਾ ਹੋਵੇ ਭਾਵੇਂ ਫਾਇਦੇ ਦਾ। ਤੇ ਨਾਲੇ ਇੰਨੀ ਕਮਾਈ ਮੇਰੀ ਹੈਗੀ ਹੈ ਕਿ ਮੈਂ ਬੜੇ ਆਰਾਮ ਨਾਲ ਕੇਸ ਲੜ ਸਕਦਾ। ਮੈਂ ਕਦੋਂ ਕਿਹਾ ਕਿ ਤੁਹਾਡੀ ਕਮਾਈ ਇੰਨੀ ਨਹੀਂ ਹੈ? ਪਰ ਇੱਕ ਗੱਲ ਸਮਝ, ਜੇ ਮੈਂ ਹੁਣ ਇੱਥੋਂ ਗਈ ਨਾ ਤੇ ਸਿੱਧਾ ਥਾਣੇ ਜਾਊਂਗੀ। ਉਹ ਜਾ ਜਾ ਜਿੱਥੇ ਨਾ ਜਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਤਾਂ ਪਊਗਾ ਅਰਮਾਨ, ਜਦੋਂ ਮੈਂ ਥਾਣੇ ਜਾ ਕੇ ਕਿਹਾ ਨਾ ਕਿ ਮੇਰੇ ਘਰ ਵਾਲੇ ਦਾ ਨਾ ਕਿਤੇ ਹੋਰ ਚੱਕਰ ਹੈ ਤੇ ਉਹ ਮੈਨੂੰ ਘਰੋਂ ਬਾਹਰ ਕੱਢਣਾ ਚਾਹੁੰਦਾ ਹੈ। ਮੈਂ ਬਹੁਤ ਪਰੇਸ਼ਾਨ ਹਾਂ, ਸਰੀਰਕ ਤੌਰ ਤੋਂ ਵੀ ਤੇ ਮਾਨਸਿਕ ਤੌਰ ਤੋਂ ਵੀ। ਸਰੀਰਕ ਤੌਰ ਤੇ ਪਰੇਸ਼ਾਨ? ਮੈਂ ਤਾਂ ਤੈਨੂੰ ਕਦੀ ਉਂਗਲ ਵੀ ਨਹੀਂ ਲਾਈ। ਜਦ ਮੈਂ ਕਵਾਂਗੀ ਨਾ ਤੇ ਉਹਨਾਂ ਨੂੰ ਮੰਨਣਾ ਹੀ ਪੈਣਾ, ਤੇ ਮੇਰੇ ਨਾਲ ਖੜੇ ਹੋ ਕੇ ਸਾਰਾ ਮੁਹੱਲਾ ਕਹੂਗਾ। ਭਾਵੇਂ ਤੁਸੀਂ ਮੈਨੂੰ ਕਦੇ ਉਂਗਲੀ ਨਾ ਲਾਈ ਹੋਵੇ, ਪਰ ਇਹ ਬਾਹ ਫੜ ਕੇ ਘਰੋਂ ਬਾਹਰ ਤਾਂ ਕੱਢਿਆ ਸੀ ਨਾ। ਤੇ ਆਪਣੇ ਪੁੱਤ ਲਈ ਮੈਂ ਇੰਨਾ ਕੁ ਝੂਠ ਤਾਂ ਬੋਲੂੰਗੀ। ਤੇ ਤੂੰ ਮੇਰਾ ਨਾਂ ਕਿਉਂ ਲਾਉਂਗੀ ਥਾਣੇ? ਲੜਾਈ ਤਾਂ ਤੇਰੀ ਅਰਮਾਨ ਨਾਲ ਆ ਨਾ। ਨਾ ਤਾਂ ਮੈਂ ਕਿਸੇ ਦਾ ਵੀ ਨਹੀਂ ਲੈਣਾ ਸਿੰਪਲ। ਏਦਾਂ ਦੇ ਕੇਸਾਂ ਵਿੱਚ ਨਾ ਮੁੰਡੇ ਵਾਲੇ ਸਾਰੇ ਹੀ ਅੰਦਰ ਜਾਂਦੇ ਆ, ਤੇ ਤੇਰਾ ਨਾਮ ਦਾ ਲੈਣ ਦੀ ਮੈਨੂੰ ਲੋੜ ਹੀ ਨਹੀਂ ਪੈਣੀ। ਤੇ ਨਾਲੇ ਜੇ ਕਿਸੇ ਕੱਬੀ ਪੁਲਿਸ ਵਾਲੇ ਦੇ ਪੱਲੇ ਪੈ ਗਏ ਨਾ, ਤੇ ਉਹਨਾਂ ਨੇ ਤਾਂ ਮੰਮੀ ਜੀ ਪਾਪਾ ਜੀ ਨੂੰ ਵੀ ਨਾਲ ਹੀ ਰਲਾ ਲੈਣਾ। ਅਰਮਾਨ, ਮੇਰਾ ਤੇ ਤੁਹਾਡਾ ਤਾਂ ਕੋਈ ਗੱਲ ਨਹੀਂ, ਪਰ ਮੰਮੀ ਜੀ ਪਾਪਾ ਜੀ ਵਾਸਤੇ ਨਾ ਇਹਨੂੰ ਇਸ ਘਰ ਵਿੱਚ ਵਾੜ ਲਓ। ਠੀਕ ਹੈ, ਜੇ ਤੁਸੀਂ ਆਹੀ ਚਾਹੁੰਦੇ ਹੋ ਤਾਂ ਮੈਂ ਚੱਲੀ ਥਾਣੇ। ਠੀਕ ਹੈ ਦੇਸ਼ੋ, ਤੂੰ ਇੱਥੇ ਰਹਿ ਸਕਦੀ ਹੈ, ਪਰ ਬਸ 3 ਮਹੀਨਿਆਂ ਵਾਸਤੇ। ਚੰਗਾ, ਬਸ 3 ਮਹੀਨੇ, ਉਹਦੇ ਤੋਂ ਇੱਕ ਦਿਨ ਉੱਤੇ ਨਹੀਂ। ਉਹਨਾਂ ਮਹੀਨਿਆਂ 'ਚ ਮੈਂ ਰਹਿ ਕੇ ਵੇਖੂੰਗੀ ਤੁਸੀਂ ਮੇਰੇ ਪੁੱਤ ਦਾ ਖਿਆਲ ਰੱਖ ਸਕਦੇ ਹੋ ਕਿ ਨਹੀਂ ਰੱਖ ਸਕਦੇ। ਤੇ ਜੇ ਮੈਨੂੰ ਲੱਗਿਆ ਕਿ ਨਹੀਂ ਰੱਖ ਸਕਦੇ ਤੇ ਮੇਰੀ ਤਸੱਲੀ ਨਾ ਹੋਈ, ਤਾਂ ਮੈਂ ਇੱਥੋਂ ਕਿਤੇ ਨਹੀਂ ਜਾਣ ਵਾਲੀ। ਫੇਰ ਨਾ ਕਿਉਂ ਦੱਸਿਆ ਨਹੀਂ। हे सच्चे पातशाह, ਤੁਹਾਡਾ ਸ਼ੁਕਰ ਹੈ, ਤੁਹਾਡਾ ਲੱਖ ਲੱਖ ਸ਼ੁਕਰ ਹੈ। ਤੁਸੀਂ ਮੇਰੀ ਲਾਜ ਰੱਖ ਲਈ ਅੱਜ। ਜਿਸ ਘਰ ਵਿੱਚੋਂ ਮੈਂ ਮਾਯੂਸ ਹੋ ਕੇ ਗਈ ਸੀ, ਅੱਜ ਉਸ ਘਰ ਵਿੱਚ ਵਾਪਸ ਆਂਦਿਆਂ ਮੇਰੇ ਪੈਰ ਨਹੀਂ ਕੰਬੇ। ਮੇਰਾ ਅੰਦਰਲਾ ਡਰ ਤੁਸੀਂ ਮੇਰੇ ਚਿਹਰੇ ਤੇ ਨਹੀਂ ਆਣ ਦਿੱਤਾ। ਮੈਂ ਅੱਜ ਉਸ ਇਨਸਾਨ ਦੇ ਵਿਰੁੱਧ ਖੜੀ ਹੋਈ ਜਿਹਦੇ ਨਾਲ ਕਦੀ ਮੈਂ ਇਸ ਘਰ ਨੂੰ ਸਵਰਗ ਬਣਾਉਣ ਦੇ ਸੁਪਨੇ ਵੇਖੇ ਸੀ, ਜਿਹਦੇ ਬਾਰੇ ਮੈਂ ਸੋਚਿਆ ਸੀ ਕਿ ਉਹ ਇਨਸਾਨ ਮੇਰੀ ਇੱਕ ਆਵਾਜ਼ ਉੱਤੇ ਪੂਰੀ ਦੁਨੀਆ ਨਾਲ ਲੜ ਸਕਦਾ ਹੈ। ਪਰ
शुक्र है अज मेरा टकराव मम्मी जी नाल नहीं होया। मैनू अरमान नाल इदां बोलदे वेख के खबरे उन्हां ते की बीतदी। अच्छा शायद मैं ही ना अरमान नाल इदां बोल पांदी उन्हां दे सामने। मेरे विच हिम्मत नहीं रहनी सी। अज पहली बार मैं अरमान नू इदां मुड़वा जवाब दिता है। जे मैं पहला ही उन्हां दे मामले विच अपनी अखां खुलियां रखियां होंदियां शायद मैनू आ दिन नहीं देखना पैना सी। शायद मैनू इस घर विचों जाना ही ना पैंदा ते ना ही इस तरह इस घर विच वापस आना पैंदा। मैं भी की गल्लां सोची जानी है। हुण की फर्क पैंदा है, की बदल जाना इदां सोच के। पर एक गल तां पक्की है, मैं अपने पूरब नू एक चंगा इंसान बनावांगी। वो इंसान जो घर दी लक्ष्मी दी इज्जत करूंगा।